ਤਾਂ ਲਾਸਟ ਲੈਕਚਰ ਦੇ ਵਿੱਚ ਅਸੀਂ ਸੀ ਸਰਕਟ ਕੀਤਾ ਸੀਗਾ ਤੇ ਐਲ ਸਰਕਟ ਤੇ ਸੀ ਸਰਕਟ ਦੀਆਂ ਅਸੀਂ ਇੰਸਟੈਂਟੇਨੀਅਸ ਪਾਵਰ ਤੇ ਐਵਰੇਜ ਪਾਵਰ ਅਸੀਂ ਕੈਲਕੂਲੇਟ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਇਹ ਗੱਲ ਪੜ੍ਹੀ ਸੀਗੀ ਕਿ अगर ਸਾਡੇ ਕੋਲ ਪਿਓਰ ਇੰਡਕਟਰ है, ਪਿਓਰ मतलब आइडियल केस, ਤਾਂ ਉਹ ਸੋਰਸ ਤੋਂ ਕੋਈ ਵੀ ਜਿਹੜੀ ਪਾਵਰ है ਉਹ ਕੰਜ਼ਿਊਮ ਨਹੀਂ ਕਰਦਾ, मतलब ਕਿਸੇ ਵੀ ਕਿਸਮ ਦਾ ਜਿਹੜਾ ਪਾਵਰ ਦਾ ਲਾਸ ਆ ਉਹ ਨਹੀਂ ਹੋਣ ਦਿੰਦਾ। ਉਹ ਜਿੰਨੀ એનર્ਜੀ ਸੋਰਸ ਤੋਂ ਲੈਂਦਾ ਹੈਗਾ ਉਨੀ ਹੀ એનર્ਜੀ ਸੋਰਸ ਤੋਂ ਵਾਪਸ ਦੇ ਦਿੰਦਾ। ਤੇ ਜਿਹੜਾ ਉਹ ਇੰਡਕਟਰ ਹੈ ਉਹ એનર્ਜੀ ਸਟੋਰ ਕਰਦਾ ਹੈ ਇਨ ਦਾ ਫਾਰਮ ਆਫ ਮੈਗਨੈਟਿਕ ਫੀਲਡ। ਫਿਰ ਅਸੀਂ ਕਪੈਸਿਟਰ ਦੀ ਗੱਲ ਕੀਤੀ ਸੀਗੀ, ਕਪੈਸਿਟਰ ਦੇ ਵਿੱਚ ਵੀ ਪੜਿਆ ਸੀ ਆਪਾਂ ਕਿ ਅਗਰ ਆਈਡੀਅਲ ਕਪੈਸਿਟਰ ਹੈ ਤਾਂ ਉਹ ਜਿੰਨੀ ਸੋਰਸ ਤੋਂ એનર્ਜੀ ਲਏਗਾ ਉਨੀ ਹੀ ਸੋਰਸ ਨੂੰ એનર્ਜੀ ਵਾਪਸ ਦੇ ਦੇਗਾ। ਉਹ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਾਵਰ ਦਾ ਲਾਸ ਹੈ ਜਾਂ એનર્ਜੀ ਦਾ ਲਾਸ ਹੈ ਨਹੀਂ ਕਰਦਾ। ਬਟ ਪ੍ਰੈਕਟੀਕਲੀ ਜਦੋਂ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ ਤਾਂ ਦੇਖੋ ਕੋਈ ਵੀ ਕੇਸ ਆਈਡੀਅਲ ਨਹੀਂ ਹੁੰਦਾ, थोड़े बहुत एनर्जी के लॉसेस होंगे रहते हैं। ठीक है जी। तो जे मैं फॉर्मूलेस की गल करा तो देखो मैं थोड़ी दोबारा रिवीजन करा रहा अज ताकि तुहाडे दिमाग दे विच ये गल्लां बैठ जान। पहला असीं आर सर्किट पढ़िया देखो, ठीक है जी। आर सर्किट तो बाद असीं फिर एल सर्किट पढ़िया सीगा। एक मैं ग्राफ किया जी कल, सिर्फ 2 स्टूडेंट सीगे जिन्होंने मैनू यानी कि ग्राफ भेजेगा, तो चलो चंगी गल है, घट्टो घट्ट 2 स्टूडेंट तो है जिन्होंने यानी कि प्रॉपर वे दे ग्राफ बनाना आ गया। एक आर सर्किट पढ़िया, एक एल सर्किट पढ़िया, फिर असीं एक पढ़िया सी सर्किट। आ 3 सर्किट पढ़े ने, ठीक है जी। 3 सर्किट दे पढ़िया की कुछ है। पहला तो आपां वोल्टेज की इक्वेशन पढ़ी है, V इज इक्वल टू V नॉट साइन ओमेगा टी। ये तो सारे वास्ते सेम है, V इज इक्वल टू V नॉट साइन ओमेगा टी, V इज इक्वल टू V नॉट साइन ओमेगा टी। तो सारे वास्ते सेम सी आइडियल इक्वेशन है, पर जिहड़ी असीं की है सप्लाई दिंदे हैं, ठीक है। उस तो बाद असीं करंट की इक्वेशन लिखी सी I इज इक्वल टू रजिस्टेंस वास्ते साइन ओमेगा टी वाली ही हुंदी है, ठीक है। अच्छा, ये विच असीं करंट की इक्वेशन पढ़ी सी कि करंट लैग करदा है, कितना लैग करदा है π/2, मतलब करंट इन्ना पिछे रहिंदा हैगा वोल्टेज तो, ते सी सर्किट दे विच करंट अगे रहिंदा है वोल्टेज तो, किन्ने दे फेज नाल π/2 दे फेज नाल। ये पढ़िया सी। फिर असीं थर्ड इहदे विच वध इत्थे शो कर सकते हैं भी जिहड़ा इहदे विच फेज है वो 0 हुंदा है, फेज डिफरेंस ਇਹਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਆ ਉਹ π/2 ਹੁੰਦਾ ਹੈ, ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਹੈ ਉਹ ਵੀ ਕੀ ਹੈ π/2 ਹੁੰਦਾ ਹੈ। ਫੋਰਥ ਜਿਹੜਾ ਆਪਾਂ ਇਹਦੇ ਵਿੱਚ ਆਰ ਸਰਕਟ ਦੇ ਵਿੱਚ ਪੜਿਆ ਹੈਗਾ ਉਹ ਅਸੀਂ ਪੜਿਆ ਹੈਗਾ ਪਾਵਰ। ਇੱਕ ਤਾਂ ਇਨਸਟੈਂਟੇਨੀਅਸ ਪਾਵਰ ਪੜੀ ਹੈ, ਇਹ ਫਾਰਮੂਲਾ ਸੀਗਾ ਆਪਣੇ ਕੋਲੇ V * I, मतलब V नॉट I नॉट साइन स्केयर ओमेगा टी, ठीक है जी। ते जिहड़ी पावर एवरेज सीगी वो आई थिंक आई सी V नॉट I नॉट/2, वो ए आई सी अपने कोले, ठीक है। जैन आप दूसरी फॉर्म च लिखा सी पावर एवरेज इज इक्वल टू V नॉट अपॉन √2 VRMS, सॉरी V नॉट नहीं लिखांगे, फिर की लिखांगे VRMS लिखोगे तो V वर्चुअल इनटू IRMS ऐसा लिख सकते हो, ठीक है। अपॉन √2 करके उस तो बाद VRMS ते IRMS। फिर असी L सर्किट दे विच पावर पढ़ी सीगी जिहड़ी इंस्टैंटेनियस पावर सी, ठीक है। ਉਹਦਾ ਫਾਰਮੂਲਾ ਸੀ ਆਪਣੇ ਕੋਲੇ V नॉट I नॉट ਤਾਂ ਦੇਖੋ ਮਲਟੀਪਲਾਈ ਹੋਣਗੇ, ठीक है। उस तो बाद साडे कोले की आ 2 इक्वेशनस ਨੂੰ ਅਸੀਂ ਮਲਟੀਪਲਾਈ ਕਰਕੇ ਇਹਨੂੰ ਸੋਲਵ ਕੀਤਾ ਸੀਗਾ ਤੇ ਸੋਲਵ ਕਰਕੇ ਆਪਣੇ ਕੋਲੇ ਇਹ ਆਨਸਰ ਆ ਰਿਹਾ ਸੀ -V नॉट I नॉट अपॉन 2। ये बनया सी अपने कोले आई थिंक cos ओमेगा टी, हाँ cos ओमेगा टी, ठीक है।
ਤੇ ਜਿਹੜੀ ਪਾਵਰ ਐਵਰੇਜ ਸੀਗੀ ਉਹ ਆਪਣੇ ਕੋਲ ਆਨਸਰ ਆਇਆ ਸੀ 0। ਸਿਮਿਲਰਲੀ ਫਿਰ ਇਹਦੇ ਵਿੱਚ ਕੀ ਹੈ, ਜਿਹੜਾ ਆਪਾਂ ਇਨਸਟੈਂਟੇਨੀਅਸ ਪਾਵਰ ਪੜ੍ਹੀ ਸੀਗੀ ਉਹ ਇਹਦੇ ਵਿੱਚ ਪਲੱਸ ਸੀਗਾ v0 i0 upon 2 cos omega t, ਤੇ ਪਾਵਰ ਐਵਰੇਜ ਸੀ ਜਿਹੜੀ ਉਹ ਸੀ 0। ਆ ਸਾਰੇ ਅਸੀਂ ਫਾਰਮੂਲੇ ਚ ਪੜ੍ਹੇ ਨੇ। ਅੱਛਾ, ਆਰ ਸਰਕਟ ਵਾਸਤੇ ਵੀ ਅਸੀਂ ਫੇਜ਼ਰ ਡਾਇਗਰਾਮ ਬਣਾਈਏ ਤੇ ਗ੍ਰਾਫ ਬਣਾਇਆ ਸੀਗਾ, ਇਹ ਆਉਣਾ ਚਾਹੀਦਾ ਤੁਹਾਨੂੰ। ਇਹਦੇ ਵਿੱਚ ਵੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਹੈ ਫੇਜ਼ਰ ਡਾਇਗਰਾਮ, ਜਾਂ ਇਹਦਾ ਗ੍ਰਾਫ ਪੁੱਛਿਆ ਜਾ ਸਕਦਾ ਹੈ, ਜਾਂ ਬਣਿਆ ਬਣਾਇਆ ਹੋ ਸਕਦਾ ਹੈ, ਜਿਵੇਂ ਤੁਹਾਨੂੰ ਮੈਂ ਕੱਲ ਕਿਹਾ ਸੀਗਾ ਫੇਜ਼ਰ ਡਾਇਗਰਾਮ ਤੇ ਗ੍ਰਾਫ। ਤੇ ਮੈਂ ਕੱਲ ਤੁਹਾਨੂੰ ਦੱਸਿਆ ਵੀ ਸੀ ਵੀ ਵਿਦਾਂਤੂ ਦੀ ਸਾਈਟ ਤੋਂ ਤੁਸੀਂ ਸੀਬੀਐਸਈ ਦੇ ਕੁਐਸਚਨ ਪੇਪਰ ਡਾਊਨਲੋਡ ਕਰ ਸਕਦੇ ਹੋ, ਜਿਹੜੇ ਪ੍ਰੀਵੀਅਸ ਕੁਐਸਚਨ ਪੇਪਰ ਨੇ। ਜੇ ਕਿਸੇ ਨੇ ਡਾਊਨਲੋਡ ਕਰਕੇ ਦੇਖੇ ਹੋਣਗੇ ਤਾਂ ਉਹਦੇ ਵਿੱਚ ਉਹਨਾਂ ਨੂੰ ਇਹ ਫੇਜ਼ਰ ਡਾਇਗਰਾਮ ਜਾਂ ਗ੍ਰਾਫ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਨਾ ਕੋਈ ਕੁਐਸਚਨ ਲਾਸਟ ਵਾਲੇ ਚ ਜਿਹੜੇ 5 ਮਾਰਕਸ ਵਾਲੇ ਕੁਐਸਚਨ ਹੁੰਦੇ ਨੇ ਉਹਨਾਂ ਜ਼ਰੂਰ ਮਿਲਿਆ ਹੋਊਗਾ। 2 ਮਿੰਟ। ਸਾਰੇ ਕਿਤੇ ਬਾਰਿਸ਼ ਪੈ ਰਹੀ ਹੈ ਅੱਜ? Yes, sir. ਓਕੇ, ਚਲੋ ਠੀਕ ਹੈ ਜੀ। ਇਹ ਆਪਾਂ ਕੰਮ ਹੁਣ ਤੱਕ ਆਪਾਂ ਪੜ੍ਹ ਚੁੱਕੇ ਆਂਗੇ। ਅੱਜ ਅਸੀਂ ਪੜ੍ਹਨਾਗਾ, ਦੇਖੋ ਇਹਨਾਂ ਤਿੰਨਾਂ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਸਰਕਟ ਹੈ ਨਾ, ਉਹ ਜਿਹੜਾ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਵਾਲਾ ਹੈ। ਦੇਖੋ ਇਸ ਚੈਪਟਰ ਦੇ ਵਿੱਚੋਂ ਅਸੀਂ ਇਹ ਮਤਲਬ ਯਾਨੀ ਕਿ ਬਹੁਤ ਘੱਟ ਚਾਂਸ ਹੈ, ਮਤਲਬ ਯਾਨੀ ਕਿ ਇਹ ਕਹਿ ਦਈਏ ਵੀ ਆਹ ਕੁਐਸਚਨ ਪੱਕਾ ਹੀ ਆਊਗਾ, ਕਿਉਂਕਿ ਇਹਦੇ ਵਿੱਚ ਸਾਰੇ ਸਰਕਟ ਹੀ ਇੰਪੋਰਟੈਂਟ ਨੇ। ਆਰ ਸਰਕਟ ਵੀ ਇੰਪੋਰਟੈਂਟ ਹੈ, ਐਲ ਵੀ ਇੰਪੋਰਟੈਂਟ ਹੈ, ਸੀ ਵੀ ਇੰਪੋਰਟੈਂਟ। ਮਤਲਬ ਇਹ ਤਿੰਨੋਂ ਸਰਕਟ ਅਗਰ ਤਾਂ 3 ਨੰਬਰ ਚ ਪਾਉਣੇ ਹੋਣਗੇ ਤਾਂ ਇਹਨਾਂ ਤਿੰਨਾਂ ਚ ਪੈ ਜਾਊਗਾ। ਅਗਰ ਕੀ ਹੈ ਸਪੋਜ਼ ਕਰੋ 5 ਨੰਬਰ ਦੇ 5 ਮਾਰਕਸ ਦੇ ਵਿੱਚ ਕੁਐਸਚਨ ਪਾਉਣਾ ਹੋਇਆ ਤਾਂ ਮਤਲਬ ਯਾਨੀ ਕਿ ਜਿਹੜਾ ਮੈਂ ਅਗਲਾ ਕੁਐਸਚਨ ਕਰਾ ਰਿਹਾਗਾ ਇਹ ਹੈ ਐਕਸਪਲੇਨ series RLC सर्किट। ਇਹ ਕਈ ਵਾਰ ਨਾ ਡਾਇਰੈਕਟ ਕੁਐਸਚਨ ਨਹੀਂ ਆਉਂਦਾ, ਠੀਕ ਹੈ, ਪਾਰਟਸ ਚ ਡਿਵਾਈਡ ਹੋ ਕੇ ਕੁਐਸਚਨ ਇਹ ਆਉਂਦਾਗਾ, ਜਾਂ ਇਨਡਾਇਰੈਕਟ ਵੇ ਨਾਲ ਇਹਨੂੰ ਕੁਐਸਚਨ ਪੁੱਛਿਆ ਜਾਂਦਾ ਹੈ। ਧਿਆਨ ਰਹੇ ਸੀਰੀਜ਼ RLC ਸਰਕਿਟ। ਦੇਖੋ ਐਕਸਪਲੇਨ ਜਦੋਂ ਲਿਖਤਾ ਨਾ, ਐਕਸਪਲੇਨ ਦਾ ਮਤਲਬ ਸਭ ਕੁਝ ਹੀ ਆ ਗਿਆ, ਡੈਰੀਵੇਸ਼ਨ ਆ ਗਈ, ਠੀਕ ਹੈ, ਫੇਜ਼ਰ ਡਾਇਗਰਾਮ ਆ ਗਈ, ਤਾਂ ਗ੍ਰਾਫ ਆ ਗਿਆ, ਠੀਕ ਹੈ, ਹਰ ਇੱਕ ਚੀਜ਼ ਇਹਦੇ ਵਿੱਚ ਇਨਕਲੂਡ ਹੋ ਜਾਂਦੀ ਹੈ, ਠੀਕ ਹੈ। ਐਕਸਪਲੇਨ ਸੀਰੀਜ਼ RLC ਸਰਕਿਟ ਮਤਲਬ ਐਕਚੁਅਲ ਕੀ ਹੈ ਬੱਚੇ, ਜਿੰਨੇ ਵੀ ਸਾਡੇ ਸਰਕਿਟ ਹੁੰਦੇ ਨੇ ਹਨਾ, AC ਵਾਲੇ ਸਰਕਿਟ, ਜਿਵੇਂ ਫੋਰ ਐਗਜ਼ਾਮਪਲ ਆਪਣੇ ਘਰਾਂ ਦੇ ਵਿੱਚ ਅਸੀਂ ਕੀ ਯੂਜ਼ ਕਰਦੇ, ਜਿਵੇਂ ਆਪਾਂ AC ਯੂਜ਼ ਕਰਦੇ ਹਾਂ ਹਨਾ, ਜਿਵੇਂ 에ਅਰ ਕੰਡੀਸ਼ਨਰ ਯੂਜ਼ ਕਰਦੇ ਹਾਂ ਹਨਾ, ਜਾਂ ਜਿਵੇਂ ਮੰਨ ਲਓ ਵਾਸ਼ਿੰਗ ਮਸ਼ੀਨ ਯੂਜ਼ ਕਰਦੇ ਹਾਂ। ਮਤਲਬ ਜਿੰਨੀਆਂ ਵੀ ਆਪਾਂ ਇਲੈਕਟ੍ਰੀਕਲ ਡਿਵਾਈਸਿਸ ਜਿਹੜੇ ਆਪਾਂ ਯੂਜ਼ ਕਰਦੇ ਹਾਂ ਜਿਹੜੀਆਂ AC ਤੇ ਚੱਲਦੀਆਂ ਨੇ, ਉਹਨਾਂ ਦੇ ਵਿੱਚ ਦੇਖੋ ਰੈਜ਼ਿਸਟੈਂਸ ਤਾਂ ਪੱਕਾ ਹੋਊਗਾ ਹੀ ਹੋਊਗਾ, ਠੀਕ ਹੈ, ਕਿਉਂਕਿ ਵਾਇਰਸ ਅਸੀਂ ਯੂਜ਼ ਕਰਦੇ ਹਾਂ, ਵਾਇਰ ਦਾ ਕੁਛ ਨਾ ਕੁਛ ਰੈਜ਼ਿਸਟੈਂਸ ਦਾ ਹੁੰਦਾ ਹੀ ਹੁੰਦਾ, ਠੀਕ ਹੈ। ਅੱਛਾ, ਉਹਨਾਂ ਦੇ ਅੰਦਰ ਵੀ ਇੱਕ ਰੈਜ਼ਿਸਟੈਂਸ ਲੱਗਿਆ ਹੀ ਲੱਗਿਆ ਹੁੰਦਾ, ਠੀਕ ਹੈ। ਫਿਰ ਇੰਡਕਟਰ, ਫਿਰ ਉਹਨਾਂ ਦੇ ਅੰਦਰ ਇੰਡਕਟਰ ਲਗਾਇਆ ਜਾਂਦਾ ਹੈ। ਤੁਸੀਂ ਦੇਖਿਓ ਕਦੇ ਜਿਹੜਾ ਅੱਜ ਕੱਲ AC ਹੁੰਦਾ ਨਾ, AC ਦੇ ਨਾ ਇੱਕ ਸਟicker ਲੱਗਿਆ ਹੁੰਦਾ ਸਾਈਡ ਤੇ, ਉਹਦੇ ਵਿੱਚ ਕੀ ਆ ਜਾਂਦਾ ਵੀ ਕਾਪਰ ਦੀ ਇਹਦੇ ਚ ਕੁਆਇਲ ਲੱਗੀ ਹੋਈ ਹੈ, ਕਾਪਰ ਦੀ ਕੁਆਇਲ। ਤੇ ਜਿੱਥੇ ਉਹ ਕਾਪਰ ਦੀ ਕੁਆਇਲ ਆ ਗਈ ਮਤਲਬ ਕੁਆਇਲ ਦਾ ਕੀ ਹੋਊਗੀ, ਇੰਡਕਟਰ। ਮਤਲਬ ਉਹਦੇ ਵਿੱਚ ਇੱਕ ਇੰਡਕਟਰ ਵੀ ਹੁੰਦਾ ਹੈ। ਤੇ ਕਪੈਸਿਟਰ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ, ਚਾਹੇ ਫੈਨ ਹੈ, ਠੀਕ ਹੈ, ਚਾਹੇ AC ਹੈ, ਚਾਹੇ ਕੋਈ ਮੋਟਰ ਹੈ, ਉਹ ਚ ਕਪੈਸਿਟਰ ਵੀ ਲੱਗਿਆ ਹੁੰਦਾ ਹੈ। ਤੇ ਬੇਸਿਕਲੀ ਜਿੰਨੀਆਂ ਵੀ ਇਲੈਕਟ੍ਰੋਨਿਕ ਡਿਵਾਈਸਿਸ ਨੇ, ਠੀਕ ਹੈ, ਉਹਨਾਂ ਵਿੱਚ ਮੋਸਟਲੀ R L ਤੇ C ਲੱਗਿਆ ਹੁੰਦਾ ਹੈ। ਹੁਣ ਇਹਨੂੰ ਲਗਾਉਣ ਦੇ ਦੋ ਤਰੀਕੇ ਨੇ, ਜਾਂ ਤਾਂ ਲਗਾਓ ਸੀਰੀਜ਼ ਦੇ ਵਿੱਚ, ਠੀਕ ਹੈ, ਜਾਂ ਅਸੀਂ ਅੱਗੇ ਜਾ ਕੇ ਲਗਾਵਾਂਗੇ ਪੈਰਲਲ ਦੇ ਵਿੱਚ, ਠੀਕ ਹੈ। ਤਾਂ ਸੀਰੀਜ਼ ਦੇ ਵਿੱਚ ਲਗਾਉਣ ਦੇ ਨਾਲ, ਠੀਕ ਹੈ, ਸਾਨੂੰ ਕੀ ਬੈਨੀਫਿਟ ਹੋਏਗਾ, ਠੀਕ ਹੈ, ਕਿਹੜੇ ਕਰੰਟ ਦੀਆਂ ਮਤਲਬ ਯਾਨੀ ਕਿ ਇਕੁਏਸ਼ਨਸ ਬਣਨਗੀਆਂ, ਠੀਕ ਹੈ, ਕਰੰਟ ਦਾ ਵੋਲਟੇਜ ਨਾਲ ਕੀ ਰਿਲੇਸ਼ਨ ਰਹੂਗਾ, ਠੀਕ ਹੈ। ਤੇ ਫਿਰ ਇਸੇ ਬੇਸ ਤੇ ਹੀ ਅਸੀਂ ਅੱਗੇ ਪੜਾਂਗੇ ਵੀ ਜਿਹੜੇ 3 ਸਟਾਰ AC ਹੁੰਦੇ ਨੇ ਹਨਾ, 4 ਸਟਾਰ AC ਹੁੰਦੇ ਨੇ, 5 ਸਟਾਰ AC ਹੁੰਦੇ ਨੇ, ਜਿਹੜੇ 5 ਸਟਾਰ ਜਿਹੜੀਆਂ ਅੱਜ ਕੱਲ੍ਹ ਡਿਵਾਈਸਿਸ ਹੁੰਦੀਆਂ ਨੇ, ਉਹ ਵੀ ਉਹਨਾਂ ਦਾ ਮਤਲਬ ਤੁਹਾਨੂੰ ਇਸ ਤੋਂ ਕਲੀਅਰ ਹੋਊਗਾ ਜਦੋਂ ਅਸੀਂ ਇਹਦੀ ਪਾਵਰ ਕੈਲਕੂਲੇਟ ਕਰਾਂਗੇ, ਠੀਕ ਹੈ। ਤੇ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਵੀ ਸੀਰੀਜ਼ RLC ਸਰਕਿਟ ਹੈਗਾ ਕੀ ਹੈ। ਕੁਛ ਨਹੀਂ ਬੱਚੇ,
एक सर्किट है जिहदे विच एक रेजिस्टेंस लग्या होया है, एक इंडक्टर लग्या होया है, एक कैपेसिटर लग्या होया है। तीनों ही जिहड़े ये रेजिस्टेंस इंडक्टर कैपेसिटर है इस सीरीज लगे हुए ने। इसे ऑर्डर से असीं बनावांगे। देखो पहला साडे कोले आ एक रेजिस्टेंस हो गया, फिर साडे कोले एक इंडक्टर हो गया, फिर एक साडे कोले कैपेसिटर हो गया। रेजिस्टेंस की वैल्यू R है, इंडक्टर की वैल्यू L है, कैपेसिटर की वैल्यू C है। ठीक है जी। अच्छा, इस सर्किट नूं असीं AC सप्लाई देती, V is equal to V naught sin omega t। लाइक हुण देखो असीं कल्ले-कल्ले सर्किट नूं सॉल्व कीता ना, सानू कल्ले-कल्ले सर्किट दा फंक्शन पता भी जो AC सप्लाई दिंदे तां R सर्किट च की हुंदा है, अच्छा L च की हुंदा है, C च की हुंदा है, ये सानू सब पता है। अच्छा सानू ये भी पता ना सीरीज च करंट सेम रहिंदा है, सानू ये भी पता है भी सीरीज च करंट सेम रहिंदा है। अच्छा मान लो इहदे विच करंट एवें चल रहा होगा पूरे सर्किट में, करंट इस तरीके नाल चल रहा मान, ठीक है जी। तां हुण देखो करंट की डायरेक्शन हैगी है फ्रॉम लैफ्ट टू राइट, आ मान लो लैफ्ट और राइट है ना, तो करंट की डायरेक्शन हैगी फ्रॉम लैफ्ट टू राइट, तो मैं इस तरीके नाल करंट दिखाना, मतलब आर दे विचों भी करंट एवें जा रहा होगा, ठीक है, एल दे विचों भी इस डायरेक्शन च करंट जा रहा होगा, ते कैपेसिटर चों भी इस डायरेक्शन च करंट जा रहा होगा। ठीक है, थोड़ा ध्यान समझो, वैक्टर नाल सॉल्व करांगे इहनूं क्योंकि पॉइंटिंग वैक्टर हुंदे ना, तां इत्थे बेशक ये क्वांटिटी स्केलर ने पर इन्हां नूं सॉल्व असीं वैक्टर मैथड नाल कर देंगे। ओके, हुण एक चीज़ देखो, जिहड़ा बच्चे आर सर्किट है, आर सर्किट दे विच मैनूं दसोगे करंट ते वोल्टेज कितना फेज डिफरेंस हुंदा है? फिर जीरो। जीरो, बिल्कुल। ਇਹਦਾ मतलब मैं कह सकदा जे करंट इस साइड जा रहे हैं है ना, ਇਹਦਾ मतलब वोल्टेज भी इस दे बिल्कुल की जा रही होगी पैरेलल। आ देखो जे मैं वोल्टेज भी मैं बनादा, वोल्टेज केड़ी जेडी रेजिस्टेंस दे अक्रॉस ड्रॉप होएगी ਤਾਂ दोनों च फेज कितना है? जीरो है ना। अच्छा हुण इंडक्टर च बोलो फेज डिफरेंस कितने दा हुंदा है? π/2 π/2, वेरी गुड। अच्छा हुण ये देखो भी इंडक्टर दे विच करंट वोल्टेज तो पिछे रहिंदा है ਜਾਂ करंट वोल्टेज तो अगे रहिंदा है? सिर्फ वोल्टेज तो पीछे रहंदा है। वोल्टेज तो पिछे रहिंदा है। हुण इहनूं पता सी किवें बनाया करांगे, आ देखो हुण जिवें मान लो मैं इस साइड दिखा रहा, मान लो जिवें आ करंट दिखाता ना मैं इस डायरेक्शन च, करंट तो फिक्स है हुण भी इस साइड जा रहा है, करंट नूं नहीं असीं चेंज कर सकदे। असीं वोल्टेज इस तरीके नाल बनाउणी है कि करंट तो पिछे रहे। आ देखो मान लो जे मैं कहां भी इस साइड करंट है, इस साइड वोल्टेज है, दोनों च एंगल कितना 90, ते जिहड़ा ये करंट है आ देखो वोल्टेज तो कितना एंगल पिछे है 90। ਇਹਦਾ मतलब मैं वोल्टेज ਨੂੰ ਜੇ ਇਦਾਂ ਦਿਖਾਵਾਂ ਬੱਚੇ, इस साइड मैं वोल्टेज दिखावा, वोल्टेज ऑफ इंडक्टर आ देखो करंट तो कितना पिछे है 90 डिग्री, तो ਇਹਦਾ मतलब ਇਹਨੂੰ ਅਸੀਂ ਐਵੇਂ ਦਿਖਾਵਾਂ क्योंकि वोल्टेज अक्रॉस इंडक्टर। अच्छा कैपेसिटर ਦੇ ਵਿੱਚ करंट वोल्टेज तो अगे हुंदा है ਜਾਂ ਪਿੱਛੇ ਹੁੰਦਾ है? ਪਿੱਛੇ ਅੱਗੇ अगे हुंदा है, वेरी गुड ਅੱਗੇ ਫਿਰ है ना। दैट मींस मैं ਐਵੇਂ दिखा सकदा वोल्टेज ਨੂੰ, वोल्टेज अक्रॉस कैपेसिटर। आ देखो इस तो जो 90 डिग्री तुसीं अगे जाओगे तो कितने पहुंचोगे? करंट, बस इन्ना कम है। In a resistance there is a no phase difference between voltage and R, तो दोनों पैरेलल दिखाए है, ठीक है। वेक्टर ध्यान से रखियो, वेक्टर लगदा है। अच्छा इन इंडक्टर करंट लैग्स बिहाइंड वोल्टेज बाय एन एंगल 90 डिग्री, तो मैं ये वोल्टेज तो 90 डिग्री पिछे वाल बनाता। फिर इन कैपेसिटर करंट लीड्स वोल्टेज बाय अ फेज डिफरेंस 90, तो मैं करंट नूं अगे बनाया, ठीक है। हुण मैं इन्हां तिन्नां वैक्टर्स नूं अलग तो की है रिप्रेजेंट करना, फिर इन्हां असीं वैक्टर्स नूं असीं सॉल्व करना। आ देखो हुण थोड़ा ध्यान नाल समझो।
देखो इस डायरेक्शन वाला हैगा जी करंट, केड़ा करंट है ये, इंस्टैंटेनियस करंट जेड़ा लगातार चेंज हो रहा है विद टाइम, ठीक है जी। अच्छा जेड़ा की है रेजिस्टेंस दी वोल्टेज है वो भी इसे साइड ही है, रेजिस्टेंस दी वोल्टेज भी इसे साइड ही है। तो वोल्टेज आप हमेशा कहने भी वोल्टेज दी वैल्यू से थोड़ी ज्यादा दिखानी होंदी है। आ देखो ये वोल्टेज भी रेजिस्टेंस दी इसे साइड है, ठीक है जी। ओके फिर जी वोल्टेज हैगी है इंडक्टर दी वो ए साइड है, ठीक है वोल्टेज अक्रॉस इंडक्टर, ठीक है क्योंकि यह 90 डिग्री की है करंट इस तो लैग करदा है। ते डाउनवर्ड डायरेक्शन की आ गया, डाउनवर्ड डायरेक्शन च आ गया जी वोल्टेज अक्रॉस कैपेसिटर। हुण देखो साडे कोल तीन वैक्टर आ गए VL VR BC, हुण इन्हां नूं सॉल्व करना है जिहदे लई ना सानू एक अजम्पशन लैनी पैनी है। अजम्पशन की है, अजम्पशन दो तरीके दी ने जिहड़ी मर्जी तुसीं कंसीडर कर सकते हो। एक तां अजम्पशन की है, एक तां अजम्पशन ये है भी इफ वोल्टेज अक्रॉस इंडक्टर इज ग्रेटर दैन कैपेसिटर, जे मान लो वोल्टेज इंडक्टर दी ज्यादा है कैपेसिटर दे नालों तां की होगा नेट जिहड़ी वोल्टेज होगी ओह टूवर्ड्स की होगी इंडक्टर। जब दूसरी तुसी अजम्पशन ले सकते हो कि इफ वोल्टेज अक्रॉस कैपेसिटर इज ग्रेटर दैन इंडक्टर, दोनों का आंसर सेम आऊगा, ठीक है कोई ज्यादा फर्क नहीं ਉਹਦੇ ਵਿੱਚ ਪਊਗਾ, ਤੁਸੀਂ ਦੋਨਾਂ ਚੋਂ ਕੋਈ ਵੀ ਕਰ ਸਕਦੇ ਹੋ, ठीक है। ਜਿਹੜਾ स्टैंडर्ड केस ਮੰਨਿਆ ਜਾਂਦਾ ਉਹ ਇਹ ਵਾਲਾ ਵੀ वोल्टेज अक्रॉस इंडक्टर इज ग्रेटर दैन कैपेसिटर, ठीक है। बट मैं फिर कह रहा ਤੁਸੀਂ ਉਸ ਨਾਲ ਵੀ कर सकते हो, ਉਹਦੇ ਵਿੱਚ भी कोई दिक्कत नहीं, मैं दस भी दूंगा भी की फर्क पਊਗਾ। ओके ਤਾਂ ਹੁਣ ਦੇਖੋ ਸਾਰਿਆਂ ਨੇ ਵੈਕਟਰ ਪੜਿਆ ਹੋਇਆ ਨਾ, ਜੇ ਮੈਂ ਤੁਹਾਨੂੰ ਕਹਾਂ ਯਾਰ ਵੀ ए साइड 100 न्यूटन की फोर्स लग रही है, ठीक है ते इस बॉडी ते ए साइड लग रही है 10 न्यूटन की, तो बॉडी किधर मूव करेगी, डाउनवर्ड और अपवर्ड, Sir, upward. अपवर्ड with a force of 100 90 Newton. minus 10 which is equal to 90 Newton. नहीं होगा ना। सेम कंसेप्ट ही ਆਪਾਂ ਇੱਥੇ ਲਗਾਵਾਂ, देखो आता होगी वोल्टेज, वोल्टेज की दी और रेजिस्टेंस दी, ठीक है ते इसे साइड ही करंट है। ते जे मैं गल करा देखो जेड़ा ये लास्ट वाला डायग्राम देखो, देखो मैं आ इंडक्टर वाला पॉइंटिंग वेक्टर ज्यादा बड़ा दिखाया है एज कंपेयर टू कैपेसिटर, है ना। ਇਹਦਾ मतलब कि VL इज ग्रेटर देन VC, ਤੇ ਜਦੋਂ ਇਹਦੇ ਵਿੱਚ ਇਹ ਮਾਈਨਸ ਹੋਊਗਾ ਤਾਂ ਥੋੜਾ ਜਿਹਾ ਕੀ ਹੈ ਇਹ ਜਿਹੜਾ ਪॉइंटिंग वेक्टर है ਇਹਨੂੰ ਕੀ ਹੈ स्मॉल करके दिखा दो लाइक दिस, ये होगी जी इस साइड वोल्टेज VL ਦੇ ਵਿੱਚੋਂ ਕੀ ਮਾਈਨਸ ਹੋ ਗਿਆ VC। अच्छा देखो हुण एक वैक्टर साडे कोल ए वाला, एक वैक्टर साडे कोल ए वाला, दोनों दे की फाइंड कर दो रिजल्टेंट। जिवें आपां कहदे ने भी एक फोर्स F1 ए साइड है, एक फोर्स F2 ए साइड है, दोनों का की फाइंड करांगे असीं रिजल्टेंट, ऐं करदे आ ना। एवें असीं एक वोल्टेज है रेजिस्टेंस दी, एक वोल्टेज है नेट वोल्टेज इंडक्टर दे कैपेसिटर दी, दोनों का की फाइंड कर दांगे एक रिजल्टेंट। दिस इज द रिजल्टेंट। पैरेललोग्राम तुसीं बना लो, पैरेललोग्राम के अकॉर्डिंग ये ਇਹਦਾ ਕੀ ਹੋਗਾ ਰਿਜ਼ਲਟੈਂਟ ਹੋਗਾ। ਇਹਨੂੰ ਕੀ ਲਿਖਾਂਗੇ ਅਸੀਂ, ਇਹਨੂੰ ਲਿਖਾਂਗੇ ਅਸੀਂ V net, ਇਹ ਸਾਰਿਆਂ ਦਾ ਰਿਜ਼ਲਟੈਂਟ ਹੈ। ਹੁਣ ਬੱਚੇ ਦੇਖੋ ਜਿਹੜਾ ਆਹ ਵਾਲਾ ਐਂਗਲ ਹੈ ਜਿਹੜਾ ਅਸੀਂ x ਐਕਸਿਸ ਨਾਲ ਦੇਖਦੇ ਆ ਇਹ ਤਾਂ ਕੁਝ ਵੀ ਹੋ ਸਕਦਾ ਨਾ, ਤਾਂ ਬਿਲਕੁਲ ਸਹੀ ਹੈ ਕੁਝ ਵੀ ਹੋ ਸਕਦਾ ਹੈ, ਇਸ ਲਈ ਅਸੀਂ ਇਹਨੂੰ ਜਰਨਲ ਲਿਖਾਂਗੇ 5, ਇਹ 20 ਵੀ ਹੋ ਸਕਦਾ ਹੈ 30 ਵੀ ਹੋ ਸਕਦਾ ਹੈ ਹਨਾ। ਇਹ ਮਤਲਬ ਅਲੱਗ-ਅਲੱਗ ਵੈਲਿਊ ਸੇ ਡਿਪੈਂਡ ਕਰਦਾ ਵੀ ਰੈਜ਼ਿਸਟੈਂਸ ਦੀ ਤੁਸੀਂ ਵੈਲਿਊ ਕਿੰਨੀ ਲਿੱਤੀ ਹੈ, L ਦੀ ਤੁਸੀਂ ਵੈਲਿਊ ਕਿੰਨੀ ਲੈਤੀ ਹੈ, C ਦੀ ਵੈਲਿਊ ਤੁਸੀਂ ਕਿੰਨੀ ਲੈਤੀ ਹੈ, ਉਹਦੇ ਅਕ੍ਰੋਸ VR ਕਿੰਨਾ ਆਇਆ ਹੈ, VL ਕਿੰਨਾ ਆਇਆ ਹੈ, VC ਕਿੰਨਾ ਆਇਆ ਹੈ, ਇਹਨਾਂ ਸਾਰੀਆਂ ਗੱਲਾਂ ਤੇ ਇਹ ਡਿਪੈਂਡ ਕਰਦਾ, ਤਾਂ ਹੀ ਮੈਂ ਜਰਨਲ 'ਚ ਲਿਖਿਆ 5। अच्छा ਹੁਣ ਇਸ ਫੇਜ਼ਰ ਡਾਇਗਰਾਮ ਇਹ ਕੀ ਬਣ ਗਈ ਸਾਡੇ ਕੋਲ ਇੱਕ ਫੇਜ਼ਰ ਡਾਇਗਰਾਮ ਬਣ ਗਈ। ਕੋਈ ਵੀ ਸਟੂਡੈਂਟ ਮੈਨੂੰ ਇਸ ਫੇਜ਼ਰ ਡਾਇਗਰਾਮ ਨੂੰ ਦੇਖ ਕੇ ਇਹ ਦੱਸ ਸਕਦਾ ਹੈ ਕਿ ਦੇਖੋ ਜਿਹੜੀ V ਹੈ ਹਨਾ, V is equal to V naught sin omega t ਸੀ ਸਾਡੇ ਕੋਲ ਮੇਨ ਇਕੁਏਸ਼ਨ,
ਮੈਨੂੰ ਕੋਈ ਦੱਸ ਸਕਦਾ ਕਰੰਟ ਦੀ ਇਕੁਏਸ਼ਨ ਮੈਂ ਕੀ ਲਿਖੂੰਗਾ? ਕਰੰਟ ਕਿੰਨਾ ਪਿੱਛੇ ਚੱਲ ਰਿਹਾ ਹੈ ਨੈਟ ਵੋਲਟੇਜ ਤੋਂ? फिर I नॉट sin omega t हाँ minus 5। ਵੈਰੀ ਗੁੱਡ। ਆ ਦੇਖੋ ਇਸ V ਨੈਟ ਤੋਂ ਜਿਹੜੀ ਆ V ਨੈਟ ਹੈ, ਚਾਹੇ ਤੁਸੀਂ ਇਹਨੂੰ ਵੀ ਨਾ ਦੇਖੋ, ਤੁਸੀਂ ਇਸ V ਨੈਟ ਤੋਂ ਦੇਖ ਲਓ, ਆ V ਨੈਟ ਕਿਉਂਕਿ ਇਕੁਏਸ਼ਨ ਤਾਂ ਇਹੀ ਬਣੂਗੀ। ਠੀਕ ਹੈ, ਇੱਥੇ ਕੀ ਲਿਖਿਆ ਜਾਊਗਾ? ਇੱਥੇ V ਨੈਟ ਲਿਖਿਆ ਜਾਊਗਾ, ਮਤਲਬ ਹੋਰ ਕੀ ਹੈ? ਅੱਛਾ I ਹੈ ਜਿਹੜਾ I ਕੀ ਲਿਖਿਆ ਜਾਊਗਾ? I ਨॉट sin ओमेगा टी। अच्छा देखो इस V नेट तो नीचे वाल जे तुसी आओगे करंट कितना पिछे है? करंट हैगा 5 पिछे, मतलब -5 बस। दिस इज द इक्वेशन ऑफ करंट फॉर RLC सर्किट। अच्छा बुक्स दे विच पता की लिखा होंदा है? बुक्स दे विच लिखा होंदा I इज इक्वल टू I नॉट sin ओमेगा टी, कई बुक्स दे विच +-5 +-5। तो प्लस माइनस का मतलब कि देखो हुन माइनस का 5 आ गया ना, जे तुसी दूसरी असम्पशन लाओगे तो सपोज करके देखो की होगा, जे मैं कहा भी कैपेसिटर दी जिहड़ी वोल्टेज है वो ग्रेटर देन होवे इंडक्टर दे नालों, तो तुहाडे कोले आ वाली वोल्टेज होगी R दी, ए साइड हो गया करंट, इहनो डेफिनेटली जिहड़ा वेक्टर नीचे वाल जाऊगा VC - VL, तो इथों तुहाडे कोले की आऊगा रिजल्टेंट। फिर आ एंगल की होगा? आ V नेट, ए एंगल कितना होगा? फिर 5 होगा। हुण देखो करंट कितना आगे है? करंट कितना आगे है? सिर्फ 5। हाँ फिर की फिर प्लस आ जाऊगा, बस इन्ना ही फर्क है। ठीक है, तो तुसी प्लस माइनस जिहड़ा भी तुसी यूज करना हो कर सकते हो। मतलब जे तुसी VL नू वड्डा मन के चलोगे तो करंट लैग करदा है। ठीक है, जे तुसी मतलब कैपेसिटर नू की है कैपेसिटर दी वोल्टेज नू वड्डा मन के चलोगे तो करंट लीड करूगा। ठीक है जी, तो अपने कोले ये दो इक्वेशंस आ गई, एक आ गई अपने कोले वोल्टेज दी मेन इक्वेशन ते एक साडे कोले आ गई करंट दी मेन इक्वेशन। ठीक है जी, ये हो गया। अच्छा ਆਪਾਂ जो V नेट भी की कैलकुलेट कर लाने ਜਿਹੜੀ ਆਪਾਂ ਇੱਥੋਂ ਬਣਾਇਆ V net, एक्चुअल ਚ V net ਕੀ ਹੋਊਗਾ? now V net देखो V net कैलकुलेट ਕਰਨ ਵਾਸਤੇ ਅਸੀਂ ਕੀ ਕਰਾਂਗੇ? देखो ये सारे किते ਆਪਾਂ ट्रायंगुलर पैरेललोग्राम लॉ लगाएगा। ठीक है, तो ਅਸੀਂ पैरेललोग्राम लॉ ਦਾ ਰਿਜ਼ਲਟੈਂਟ ਦਾ ਸਾਨੂੰ ਫਾਰਮੂਲਾ ਪਤਾ ਹੈ। ठीक है, ਅਸੀਂ ਉਹੀ ਫਾਰਮੂਲਾ ਲਾਵਾਂਗੇ। ਮੰਨ ਲਓ ਮੈਂ ਇਹਨੂੰ ਮੰਨ ਲਾ ਵੀ ਆਹ A ਹੈ, A ਵੈਕਟਰ ਹੈ। ठीक है, ਆ ਮੰਨ ਲਓ ਕਿ ਇਹ B ਵੈਕਟਰ। ठीक है, तो ਇਹਨੂੰ ਸੋਲਵ ਕਰਨਾ ਆਪਾਂ ਨੂੰ ਆਉਂਦਾ ਹੈਗਾ, ਤਾਂ ਅਸੀਂ ਕੀ ਲਿਖਾਂਗੇ? V net ਦਾ ਸਕੁਅਰ इज इक्वल टू A वेक्टर, मतलब VL - VC ਦਾ होल स्क्वायर। ठीक है जी, प्लस VR ਦਾ होल स्क्वायर। ठीक है जी, प्लस एम लिख सकते ना कि 2 VL - VC इंटू VR cos कितना दोनों च एंगल कितना 90, तो मतलब आ सारा फैक्टर तो खत्म ही हो गया। दोनों च एंगल कितना है 90। आ देखो इन्ना दोनों च एंगल 90 है ना, दिस वन तो 90, तो वो सारा तो खत्म है। ਇਹਦਾ मतलब बच्चे ये अपने को की बन गया? V net is equal to square root of VL - VC ਦਾ होल स्क्वायर प्लस VR ਦਾ होल। बिल्कुल ठीक है। अच्छा ਜਿਹੜੀ नेट वोल्टेज है, नेट वोल्टेज ਨੂੰ ਅਸੀਂ ਕੀ ਹੈ मैक्सिमम वोल्टेज लेके चलते हैं V नॉट, ਜਿਹੜੀ मैक्सिमम वोल्टेज होगी V नॉट। ठीक है जी, क्योंकि देखो ਜਿਹੜੇ ਵੀ ਆਪਾਂ ਫੇਜ਼ਰ ਡਾਇਗਰਾਮਸ ਪੜ੍ਹੇ ਜੇ ਤੁਹਾਡੇ ਯਾਦ ਹੋਣਗੀਆਂ, ਮੈਂ ਮਤਲਬ ਇੱਥੇ ਲਿਖਦਾ ਹੁੰਦਾ ਸੀਗਾ ਮਤਲਬ V, ਉਹ V ਨੂੰ ਕੀ ਲਿਖਦਾ ਹੁੰਦਾ V ਨॉट, ਉਹ ਮੈਕਸਿਮਮ ਵੈਲਿਊ ਹੁੰਦੀ ਸੀ V नॉट। ठीक है, ਇਸ ਸਾਈਡ ਮੈਂ ਤੁਹਾਨੂੰ ਦਿਖਾਉਂਦਾ ਹੁੰਦਾ ਸੀਗਾ ਵੀ ਜਿਹੜੀ ਵੈਲਿਊ ਹੋਗੀ ਉਹ ਕਿੰਨੀ ਹੋਗੀ? ਉਹ V नॉट sin ओमेगा t ਹੋਗੀ। ਇੱਥੇ ਐਂਗਲ ਆਪਾਂ ਲਿਖਦੇ ਸੀ ओमेगा t। ठीक है, ਤੇ ਮੈਕਸਿਮਮ ਵੈਲਿਊਜ਼ ਹੁੰਦੀਆਂ ਨੇ। अच्छा ਹੁਣ ਜਿਹੜੀ ਵੋਲਟੇਜ ਅਕ੍ਰੋਸ ਇੰਡਕਟਰ ਹੈ ਉਹ ਕੀ ਹੋਗੀ? ਕਿੰਨਾ ਜੋ ਕਰੰਟ ਜਾ ਰਿਹਾ मैक्सिमम करंट इनटू ਉਹਦਾ ਰੈਜ਼ਿਸਟੈਂਸ ਉਹਨੂੰ ਜ਼ਰੂਰ ਲਗਾਵਾਂਗੇ ਨਾ, मैक्सिमम करंट इनटू XL। ओके, अच्छा वोल्टेज अक्रॉस कैपेसिटर की होगी? जिन्ना ਉਹਦੇ ਚ मैक्सिमम करंट जा रहा है इनटू की है XC। अच्छा वोल्टेज अक्रॉस रेजिस्टेंस कितना होगा? दैट इज I नॉट इनटू की अपने को की है सॉरी ਇਹਦਾ R। ठीक है, ਜੇ ਕੱਲਾ V ਨਾਲ ਨਾ मतलब ਜਾਨੀ ਕਿ ਆਪਾਂ मतलब ਸਟਾਰਟਿੰਗ ਦੇ ਵਿੱਚ ਕੀ ਹੈ ਇੱਥੇ ਜਿਹੜਾ ਕਰੰਟ ਹੈ ਹਨਾ, ਉਹ ਕਰੰਟ ਨੂੰ ਅਸੀਂ ਕੀ II ਮੰਨਿਆ ਹਨਾ।
ਤਾਂ ਮਤਲਬ ਇਹ ਨਾ ਕਨਫਿਊਜ਼ ਹੋ ਜਾਵੇ ਵੀ ਅਸੀਂ ਇੱਥੇ I ਨੋਟ ਕੀ ਲੈ ਕੇ ਚੱਲ ਰਹੇ ਮੈਕਸਿਮਮ ਵੈਲਿਊ ਲੈ ਕੇ ਚੱਲ ਰਹੇ ਹਾਂ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਉਹ ਇਨਸਟੈਂਟੇਨੀਅਸ ਕਰੰਟ ਹੈ ਤਰ੍ਹਾਂ ਤਾਂ ਇਹਦੇ ਵਿੱਚ ਕੀ ਹੈ V ਨੋਟ is equal to root ਇਹਨੂੰ ਕੀ ਲਿਖਾਂਗੇ ਆਪਾਂ I नॉट XL minus I नॉट XC the whole square plus ये हो गया I नॉट square R square तो V नॉट को मैं क्या लिख सकता हूँ देखो ये लिख सकता मैं I नॉट into net resistance ਇਹਨੂੰ ਲਿਖਾਂਗੇ ਆਪਾਂ Z मैं दसदा Z की ਹੁੰਦਾ इक्वल टू देखो I नॉट ਦਾ ਸਕੁਅਰ ਕੀ ਬਾਹਰ ਕੱਢ ਲਓ ਸਾਰੇ ਕਿਤੋਂ तो I नॉट रह जाऊगा इस साइड की बचूगा इस साइड बचूगा XL माइनस XC द होल स्क्वायर प्लस की बच गया R ठीक है I नॉट नाल I नॉट कैंसल तो Z इज इक्वल टू की आ गया बच्चे Z इज इक्वल टू आ गया R स्क्वायर प्लस XL माइनस XC द होल व्हाट इज Z Z is called impedance Z is called impedance ਹੁਣ ਇੰਪੀਡੈਂਸ ਕੀ ਹੁੰਦਾ ਹੈ ਦੇਖੋ ਨਵੇਂ ਟਰਮਸ ਬਣਦੇ ਆ ਇੰਪੀਡੈਂਸ ਵੀ ਕੀ ਹੈ ਇਫੈਕਟਿਵ ਰੈਜ਼ਿਸਟੈਂਸ ਇਹ ਵੀ ਰੈਜ਼ਿਸਟੈਂਸ ਹੈ ਇਫੈਕਟਿਵ ਰੈਜ਼ਿਸਟੈਂਸ ਕਾਦਾ RLC ਸਰਕਟ ਦਾ ਬਸ ਜਿਵੇਂ ਦੇਖੋ R ਨੂੰ ਅਸੀਂ ਰੈਜ਼ਿਸਟੈਂਸ ਬੋਲਦੇ ਆ L ਦੇ ਰੈਜ਼ਿਸਟੈਂਸ ਨੂੰ ਅਸੀਂ ਕੀ ਬੋਲਿਆ ਸੀਗਾ ਇੰਡਕਟਿਵ ਰਿਐਕਟੈਂਸ ਅੱਛਾ ਕੈਪੈਸਿਟਰ ਦੇ ਰੈਜ਼ਿਸਟੈਂਸ ਨੂੰ ਕੀ ਬੋਲਿਆ ਸੀਗਾ ਕੈਪੈਸਿਟਿਵ ਰਿਐਕਟੈਂਸ ਜਿਹਦੇ ਵਿੱਚ ਤਿੰਨੋਂ ਲੱਗੇ ਹੋਣ RLC ਤਾਂ ਉਹਨੂੰ ਅਸੀਂ ਇੰਪੀਡੈਂਸ ਬੋਲਦੇ ਹਾਂ ਠੀਕ ਹੈ ਤੇ ਇੰਪੀਡੈਂਸ ਦਾ ਇਹ ਮੋਸਟ ਇੰਪੋਰਟੈਂਟ ਫਾਰਮੂਲਾ ਹੈ ਮੈਂ ਜਿਵੇਂ ਤੁਹਾਨੂੰ ਕਹਿੰਦਾ ਵੀ ਡਾਇਰੈਕਟ ਕੁਐਸਚਨ ਨਹੀਂ ਆਉਂਦੇ ਇਨਡਾਇਰੈਕਟ ਕੁਐਸਚਨ ਉਹ ਇੰਪੀਡੈਂਸ ਤੇ ਆਉਂਦੇ ਨੇ ਲਓ ਜੀ ਦੇਖੋ ਜੀ ਅਗਰ ਕਿਸੇ ਨੂੰ ਕੋਈ ਸਟੈਪ ਨਾ ਸਮਝ ਲੱਗਿਆ ਹੋਵੇ is it clear to all Yes, sir. ठीक है चलो ਹੁਣ ਦੇਖੋ ਇਸ ਨੂੰ ਥੋੜਾ ਜਿਹਾ ਸਮਝਦੇ ਹਾਂ ਹੋਰ ਇੱਥੋਂ ਅਸੀਂ ਕੀ ਨੂਮੈਰੀਕਲਸ ਕਿਵੇਂ ਕੈਲਕੂਲੇਟ ਸੋਲਵ ਕਰਾਂਗੇ ਜਿਹੜਾ ਇੰਪੀਡੈਂਸ ਹੈ ਨਾ Z is equal to ਇਹ ਕੀ ਹੈ ਇਹ root of R square plus XL minus XC square ਇਹ ਹੈ ਨਾ ਅੱਛਾ ਇਹਨੂੰ ਮੈਂ ਲਿਖ ਸਕਦਾ ਔਰ Z square is equal to R square plus XL minus XC square अच्छा ਇਹਦੀ ਮੈਂ ट्रायंगल बना लेना एक ਇਹ ਤੋਂ ਮੈਂ ਇੱਕ ट्रायंगल भी बना सकता इवें एक राइट एंगल ट्रायंगल ठीक है जी ਜਿਹਦੇ ਵਿੱਚ ਜਿਹੜਾ ਆਹ ਵਾਲਾ ਐਂਗਲ ਹੈ ਇਹ ਹੈਗਾ फाई ठीक है अच्छा इस साइड हैगी R ਇਹ ਹੈਗਾ ਆਪਣੇ ਕੋਲ XL minus XC ਇਹਦਾ ਮਤਲਬ ਇਹ ਕੀ ਹੋਊਗਾ Z ਆ ਦੇਖੋ ਆ ਟ੍ਰਾਇੰਗਲ ਮੈਂ ਕਿਤੇ ਪਤਾ ਕਿੱਥੇ ਬਣਾਈਏ ਇੱਥੋਂ ਬਣਾਈ ਆ ਆ ਜਿਹੜਾ ਅਸੀਂ ਆ ਬਣਾਇਆ ਦਿਸ ਵਨ ਮੈਂ ਅਲੱਗ ਮਾਰਕ ਆ ਨੈਟ ਹੋ ਗਿਆ ਇਧਰ ਅਗਰ ਨੈਟ ਵੋਲਟੇਜ ਹੈ ਮਤਲਬ ਕੀ ਦੀ ਇਧਰ ਰੈਜ਼ਿਸਟੈਂਸ ਕਾਦਾ ਹੋਊਗਾ Z ਦਾ ਤੇ ਇਹ ਇਥੋਂ ਪਰਪੈਂਡੀਕੂਲਰ ਡਰਾ ਕਰਦੀ ਇਧਰ ਕੀ ਹੈ VL VC ਤੇ ਇਹਦੇ ਰੈਜ਼ਿਸਟੈਂਸ ਕੀ ਨੇ XL XC ਤੇ ਜਿਹੜੀ ਆ ਦਾ ਬੇਸ ਹੈ ਇਸ ਸਾਈਡ ਕੀ ਹੈ ਰੈਜ਼ਿਸਟੈਂਸ ਠੀਕ ਹੈ ਵੋਲਟੇਜ ਰੈਜ਼ਿਸਟੈਂਸ ਦੀ ਤਾਂ ਉਹਦਾ ਰੈਜ਼ਿਸਟੈਂਸ ਵੀ ਕੀ ਆ ਗਿਆ R ਆ ਗਿਆ ਠੀਕ ਹੈ ਤਾਂ ਇਸ ਤਰੀਕੇ ਨਾਲ ਅਸੀਂ ਇਹ ਟ੍ਰਾਇੰਗਲ ਬਣਾ ਸਕਦੇ ਹਾਂ this triangle is known as impedance triangle impedance triangle देखो एंगल मैं फाई रखा भी सानू नहीं पता भी कितना एंगल कुछ भी हो सकता है impedance triangle impedance triangle ਦੀ ਹੈਲਪ ਦੇ ਨਾਲ ਅਸੀਂ ਕਿਸੇ ਸਰਕਟ ਦੀ ਜਿਹੜੀ ਇੰਪੀਡੈਂਸ ਆ ਉਹ ਕੈਲਕੂਲੇਟ ਕਰ ਸਕਦੇ ਹਾਂ ਠੀਕ ਹੈ ਜਾਂ ਅਸੀਂ ਫੇਸ ਡਿਫਰੈਂਸ ਕੈਲਕੂਲੇਟ ਕਰ ਸਕਦੇ ਹਾਂ देखो मैं तो केस बनाना अलग जो मान लो मैं तुहानू कहा पहला केस पढ़ता सी RLC सर्किट ही रहे हैं मान लो मैं कहा भी उस RLC सर्किट दे विच XL चलो एक फॉर्मूला सुन मैं होर बना के दिखाना पहला नाल ही अच्छा इस ट्रायंगल दे विच तुसी स्लोप कैलकुलेट करनी होंदी है ना सारा स्लोप दा फार्मूला की हुंदा tan phi की हुंदा है perpendicular upon base alpha phase आज मैं फर्स्ट ਤੁਹਾਨੂੰ ਕੇਸ ਕਹਾਂ if ਮੰਨ ਲਓ ਵੀ ਜਿਹੜਾ RLC ਸਰਕਟ ਤੁਸੀਂ ਯੂਜ਼ ਕਰ ਰਹੇ ਹੋ ਉਹਦੇ ਵਿੱਚ ਜਿੰਨਾ ਰੈਜ਼ਿਸਟੈਂਸ ਇੰਡਕਟਰ ਦਾ ਹੈ ਮੰਨ ਲਓ ਉਨਾ ਹੀ ਜਿਹੜਾ ਰੈਜ਼ਿਸਟੈਂਸ ਆ ਉਹ ਕੈਪੈਸਿਟਰ ਦਾ ਹੈ
ਮੰਨ ਲਓ ਅਸੀਂ ਇਹੋ ਜਿਹਾ ਇੰਡਕਟਰ ਤੇ ਕੈਪੈਸਿਟਰ ਯੂਜ਼ ਕੀਤਾ ਜਿਹਦਾ ਰੈਜ਼ਿਸਟੈਂਸ ਸੇਮ ਸੀਗਾ, ਤਾਂ ਬੱਚੇ tan phi ਕਿੰਨਾ ਹੋਊਗਾ ਦੱਸ ਸਕਦੇ ਮੈਨੂੰ? tan phi ਦੀ ਵੈਲਿਊ ਕਿੰਨੀ ਆਊਗੀ? ਜੇ ਇੱਥੇ ਪੁੱਟ ਕਰੋਗੇ XL ਤੇ XC ਦੋਨੇ ਇਕੁਅਲ ਨੇ ਤਾਂ ਦੋਨਾਂ ਨੂੰ ਮਾਈਨਸ ਕਰੋ, ਆਨਸਰ ਕਿੰਨਾ ਆਊਗਾ? 0। ਤਾਂ phi ਕਿੰਨਾ ਆ ਗਿਆ? 0। ਹੁਣ ਇਹ ਸੋਚੋ ਵੀ ਇਹੋ ਜਿਹਾ ਕਿਹੜਾ ਸਰਕਟ ਹੈ ਜਿਹਦੇ ਵਿੱਚ ਫੇਜ਼ ਡਿਫਰੈਂਸ 0 ਹੁੰਦਾ ਹੈ? R circuit. R circuit। that means ਕੀ ਹੈ, ਇਹ resistance dominating ਸਰਕਟ ਬਣ ਜਾਊਗਾ। ਦੇਖੋ ਕਿੰਨੀ ਇੰਪੋਰਟੈਂਟ ਗੱਲ ਹੈ ਕਿ ਜੇ ਇੱਕ ਸਰਕਟ ਦੇ ਵਿੱਚ ਰੈਜ਼ਿਸਟੈਂਸ ਵੀ ਲੱਗਿਆ ਹੋਇਆ ਹੈ, ਇੰਡਕਟਰ ਵੀ ਲੱਗਿਆ ਹੋਇਆ ਹੈ, ਕੈਪੈਸਿਟਰ ਵੀ ਲੱਗਿਆ ਹੋਇਆ ਹੈ, ਇਹਦਾ ਰੈਜ਼ਿਸਟੈਂਸ R ਹੈ, ਇਹਦਾ ਰੈਜ਼ਿਸਟੈਂਸ XL ਹੈ, ਇਹਦਾ C ਹੈ, ਅਗਰ ਦੋਨਾਂ ਦਾ ਜਿਹੜਾ ਰੈਜ਼ਿਸਟੈਂਸ ਹੈ ਸੇਮ ਹੋਇਆ ਤਾਂ ਉੱਥੇ ਕਿਹਦੀ ਚੱਲੂਗੀ? ਉੱਥੇ ਰੈਜ਼ਿਸਟੈਂਸ ਦੀ ਚੱਲੂਗੀ। XL XC ਨੂੰ ਨਹੀਂ ਕੋਈ ਪੁੱਛਦਾ। ਮਤਲਬ ਕੀ ਹੈ ਵੀ ਚੱਲਣ ਦਾ ਮਤਲਬ ਕੀ ਹੈ ਵੀ ਫਿਰ ਉਹਦੇ ਵਿੱਚ ਜਿਹੜੇ ਕੀ ਹੈ ਰੈਜ਼ਿਸਟੈਂਸ ਵਾਲੇ ਕੀ ਹੈ ਫਾਰਮੂਲੇ ਨੇ ਉਹ ਜ਼ਿਆਦਾਤਰ ਕੰਮ ਕਰਨਗੇ। ਤੇ ਰੈਜ਼ਿਸਟੈਂਸ ਆਪਾਂ ਪੜਿਆ ਸੀ ਵੀ ਰੈਜ਼ਿਸਟੈਂਸ ਪਾਵਰ ਕੰਜ਼ਿਊਮ ਕਰਦਾ ਹੈ। ਰੈਜ਼ਿਸਟੈਂਸ ਕੀ ਕਰਦਾ? ਪਾਵਰ ਕੰਜ਼ਿਊਮ ਕਰਦਾ। ਮਤਲਬ ਕੋਈ ਇਹੋ ਜਿਹੀ ਡਿਵਾਈਸ ਜਿਹਦੇ ਵਿੱਚ ਇੰਡਕਟਰ ਤੇ ਕੈਪੈਸਿਟਰ ਤਾਂ ਲੱਗਿਆ ਹੋਇਆ ਹੈ ਬਟ ਉਹਨਾਂ ਦੋਨਾਂ ਦੀ ਕੀ ਹੈ ਵੈਲਿਊ ਕੀ ਹੈ? ਸੇਮ ਹੈ। ਤੇ ਉਹਦੇ ਵਿੱਚ ਕੱਲਾ ਕੀ ਲੱਗਿਆ ਹੋਇਆ ਨਾਲ ਕੀ ਲੱਗਿਆ ਹੋਇਆ? ਇੱਕ ਰੈਜ਼ਿਸਟੈਂਸ। ਤਾਂ ਉਸ ਰੈਜ਼ਿਸਟੈਂਸ ਨੇ ਕੀ ਹੈ ਪਾਵਰ ਕੰਜ਼ਿਊਮ ਕਰਨੀ ਹੈ, ਤਾਂ ਉਹ ਪਾਵਰ ਕੰਜ਼ਿਊਮ ਕਰਿਆ ਕਰੂਗਾ ਕਿਉਂਕਿ ਰੈਜ਼ਿਸਟੈਂਸ ਕੀ ਹੈ? ਰੈਜ਼ਿਸਟੈਂਸ ਆਪਣੇ ਅੰਦਰ એનર્ਜੀ ਸਟੋਰ ਤਾਂ ਨਹੀਂ ਕਰ ਸਕਦਾ, ਠੀਕ ਹੈ। ਇਹਨਾਂ ਦਾ ਕੀ ਹੈ? ਇਹਨਾਂ ਦਾ ਲਾਸ ਕਰਨੀ ਹੈ ਇਨ ਦਾ ਫਾਰਮ ਆਫ ਹੀਟ, ਤਾਂ ਇਹਦੇ ਵਿੱਚ એનર્ਜੀ ਦੇ ਲਾਸਸ ਹੋਣਗੇ, ਠੀਕ ਹੈ। ਅੱਛਾ ਅਗਰ ਮੈਂ ਤੁਹਾਨੂੰ ਕਹਾਂ if XL is greater than XC, ਮਤਲਬ ਐਵੇਂ, ਤਾਂ ਮੈਨੂੰ ਦੱਸੋ tan phi ਦੀ ਜਿਹੜੀ ਵੈਲਿਊ ਆ ਪੋਜ਼ਿਟਿਵ ਆਊਗੀ ਜਾਂ ਨੈਗੇਟਿਵ ਆਊਗੀ? ਪੋਜ਼ਿਟਿਵ ਆਊਗਾ। ਮਤਲਬ phi ਕੀ ਹੋਊਗਾ? ਪੋਜ਼ਿਟਿਵ ਆਊਗਾ। ਹੁਣ ਇਹ ਸੋਚੋ ਵੀ phi ਪੋਜ਼ਿਟਿਵ ਕਿਹੜੇ ਚ ਹੁੰਦਾ ਸੀਗਾ? Sir, C circuit ਦੇ ਅੰਦਰ। ਹਾਂਜੀ C circuit ਦੇ ਅੰਦਰ। C ਸਰਕਟ। ਹਾਂ ਮੈਨੂੰ ਪਤਾ ਸੀ ਇੱਥੇ ਥੋੜੀ ਤੁਸੀਂ ਗਲਤੀ ਕਰੋਗੇ। ਧਿਆਨ ਨਾਲ ਦੇਖੋ, ਖੜ ਜਾਓ, ਮੈਂ ਤੁਹਾਨੂੰ ਸਟਾਰਟਿੰਗ ਵਾਲੀ ਸਲਾਈਡ ਦਿਖਾਉਣਾ, ਮੈਂ ਤਾਂ ਹੀ ਅੱਜ ਬਣਾਈ ਆ ਉਹ। ਆ ਦੇਖੋ ਜਿਹੜਾ ਬੱਚੇ ਆ ਰਿਲੇਸ਼ਨ ਹੈ L ਸਰਕਟ ਦਾ I = I naught sin omega t। ਜਨਰਲ ਇਕੁਏਸ਼ਨ ਕੀ ਹੁੰਦੀ ਸੀ ਇਹਦੀ? +1 ਦੇ ਵਿੱਚ I = ਮਤਲਬ I naught, ਚਲੋ ਜਨਰਲ ਚ ਲਿਖ ਲੈਣਾ, sin omega t minus of phi। ਆ ਫੇਜ਼ ਹੈ ਇੰਡਕਟਰ ਦੇ ਵਿੱਚ। ਇਹ ਫੇਜ਼ phi ਕੀ ਹੈ ਜਿਹੜਾ ਇਹ ਪੋਜ਼ਿਟਿਵ ਹੁੰਦਾ ਹੈ। ਆ ਦੇਖੋ ਜੇ ਇਹ ਕੈਪੈਸਿਟਰ ਦੇ ਵਿੱਚ phi ਨੈਗੇਟਿਵ ਸੀਗਾ ਤਾਂ ਨੈਗੇਟਿਵ ਹੋ ਕੇ ਇੱਥੇ ਕੀ ਆ ਗਿਆ? ਪਲੱਸ। ਮਤਲਬ ਕੈਪੈਸਿਟਰ ਚ ਕੀ ਹੁੰਦਾ ਹੈ? I naught sin omega t minus of phi ਐ ਹੁੰਦਾ ਹੈ। ਤਾਂ ਇਹ ਜਿਹੜਾ ਮਾਈਨਸ ਸਾਈਨ ਹੈ ਨਾ, ਇਹ ਮਾਈਨਸ ਸਾਈਨ ਫਾਰਮੂਲੇ ਦਾ। ਤਾਂ ਜਿਹੜਾ phi ਪੋਜ਼ਿਟਿਵ ਹੈ, ਪੋਜ਼ਿਟਿਵ phi ਕਿਹਦਾ ਹੁੰਦਾ ਹੈ? ਉਹ ਹੁੰਦਾ ਹੈ L ਦਾ। ਦੈਟ ਮੀਨਸ ਕੀ ਹੈ ਸੈਕੰਡ ਕੇਸ ਦੇ ਵਿੱਚ ਮਤਲਬ ਇਹ ਬਣ ਗਿਆ ਵੀ L ਸਰਕਟ ਡੋਮੀਨੇਟਿੰਗ ਹੋਊਗਾ। ਹੁਣ L ਸਰਕਟ ਸਾਨੂੰ ਪਤਾ ਹੈ ਵੀ ਜਿੰਨੀ ਇਹ એનર્ਜੀ ਕੀ ਹੈ ਸੋਰਸ ਤੋਂ ਲੈਂਦਾ ਉਨੀ એનર્ਜੀ ਕੀ ਹੈ ਵਾਪਸ ਦੇ ਦਿੰਦਾ। ਹੁਣ ਕੁਐਸਚਨ CBSE ਇਹੋ ਜਿਹੀ ਪੁੱਛਦੀ ਹੈ ਵੀ ਅਗਰ ਯਾਰ ਫੇਸ ਡਿਫਰੈਂਸ 0 ਹੈ ਤਾਂ ਦੱਸੋ ਕਿਹੜਾ ਸਰਕਟ ਕੀ ਹੈ ਡੋਮੀਨੇਟਿੰਗ ਹੈ? ਤਾਂ ਕਿਵੇਂ ਪਤਾ ਹੋਊਗਾ? ਜਿਹਨੂੰ ਇੰਪੀਡੈਂਸ ਟ੍ਰਾਇੰਗਲ ਬਣਾਉਣੀ ਆਉਂਦੀ ਹੋਊਗੀ, ਠੀਕ ਹੈ। ਅੱਛਾ ਥਰਡ ਕੇਸ ਚ ਆਪਾਂ ਕੀ ਕਹਿ ਸਕਦੇ ਆ? ਇਫ ਮੰਨ ਲਓ XC is greater than XL ਹੈ ਤਾਂ tan phi ਬੋਲੋ ਕੀ ਆਊਗਾ? ਪੋਜ਼ਿਟਿਵ ਔਰ ਨੈਗੇਟਿਵ? ਆਨਸਰ ਹੈ ਨੈਗੇਟਿਵ। ਇਹਦਾ ਮਤਲਬ phi ਕੀ ਆਊਗਾ? ਨੈਗੇਟਿਵ। ਤਾਂ ਨੈਗੇਟਿਵ ਕਾਹ ਚ ਹੁੰਦਾ ਹੈ? C ਚ। ਇਹਦਾ ਮਤਲਬ C ਸਰਕਟ ਡੋਮੀਨੇਟਿੰਗ ਹੈ। ਤਾਂ ਜਦੋਂ ਕੋਈ ਵੀ ਡਿਵਾਈਸਿਸ ਬਣਾਏ ਜਾਂਦੇ ਨੇ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਕਿ ਕਿਸ ਤਰੀਕੇ ਕਿਹੜੇ ਮਤਲਬ ਹਰ ਇੱਕ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੋਊਗੀ ਨਾ ਵੀ ਸਰਕਟ ਜਿਹੜਾ ਬਣਾਉਣਾ ਉਹਦੇ ਵਿੱਚ ਕੈਪੈਸਿਟਰ ਨੂੰ ਜ਼ਿਆਦਾ ਡੋਮੀਨੇਟਿੰਗ ਰੱਖਿਆ ਜਾਵੇ ਜਾਂ ਇੰਡਕਟਰ ਨੂੰ ਜ਼ਿਆਦਾ ਡੋਮੀਨੇਟਰ ਰੱਖਿਆ ਜਾਵੇ ਜਾਂ ਮੰਨ ਲਓ ਕੱਲਾ ਵੀ ਰੈਜ਼ਿਸਟੈਂਸ ਨੂੰ ਸਾਨੂੰ ਡੋਮੀਨੇਟ ਰੱਖਣਾ ਪਊਗਾ, ਠੀਕ ਹੈ। ਹੋਰ ਵੀ ਮਤਲਬ ਗੱਲਾਂ ਇਹ ਕਲੀਅਰ ਹੋਣਗੀਆਂ। ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਅਸੀਂ ਕੀ ਹੈ ਪਾਵਰ ਪੜਾਂਗੇ ਇਹਦੀ, ਪਾਵਰ ਐਵਰੇਜ, ਠੀਕ ਹੈ ਜੀ। ਦੇਖੋ ਬੱਚੇ ਕਲੀਅਰ ਹੈ ਤੱਕ ਸਾਰਿਆਂ ਨੂੰ? ਇੰਪੀਡੈਂਸ ਟ੍ਰਾਇੰਗਲ ਬੜੀ ਦੇਖੋ ਸਿੰਪਲ ਵੀ ਹੈ ਤੇ ਇੰਪੋਰਟੈਂਟ ਵੀ ਹੈ। ਕਾਦੇ ਵਾਸਤੇ ਯੂਜ਼ ਹੁੰਦੀ ਹੈ? ਇੰਪੀਡੈਂਸ ਟ੍ਰਾਇੰਗਲ ਯੂਜ਼ ਹੁੰਦੀ ਹੈ ਫੇਜ਼ ਡਿਫਰੈਂਸ ਫਾਈਂਡ ਕਰਨ ਵਾਸਤੇ ਵੀ ਐਕਚੁਅਲ ਫੇਜ਼ ਡਿਫਰੈਂਸ ਕਿੰਨੇ ਦਾ ਹੈ। ਇਹਦੇ ਵਿੱਚ ਤੁਸੀਂ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾਉਣੀ ਹੈ, ਠੀਕ ਹੈ।
ਤੇ ਬੇਸ ਉਹਦਾ ਰੈਜ਼ਿਸਟੈਂਸ ਹੈ, ਪਰਪੈਂਡੀਕੂਲਰ ਹੈ ਜਿਹੜਾ ਉਹਦਾ ਕੀ ਹੈ ਉਹ XL XC ਹੈ ਇਨਟੂ Z, ਇਸ ਤਰੀਕੇ ਨਾਲ। ਅੱਛਾ ਇਹਨੂੰ ਤੁਸੀਂ ਇਨ ਦਾ ਫਾਰਮ ਆਫ EMF ਵੀ ਬਣਾ ਸਕਦੇ ਹੋ, ਸੌਰੀ ਵੋਲਟੇਜ। ਆ ਦੇਖੋ ਇਸ ਸਾਈਡ ਕੀ ਲਿਖੋਗੇ ਫਿਰ V net, ਆ फेज फाई, नीचे की लिखोगे वोल्टेज अक्रॉस रेजिस्टेंस, इधर की लिखोगे वोल्टेज इंडक्टर दी, वोल्टेज कैपेसिटर दी, बस वही चीज है। फिर पता ना V इज इक्वल टू IR होंदा है। ਹੁਣ देखो R ਇਹਦਾ मतलब ਇੱਥੇ ਵੀ R ਆ ਸਕਦਾ ਹੈ, ਕਿਹੜਾ ਆਊਗਾ R ਇੱਥੇ ਇੰਪੀਡੈਂਸ, ਕਿਉਂਕਿ Z ਹੁੰਦਾ ਇਹਦਾ। ਅੱਛਾ ਇਹਦਾ R ਕਿਹੜਾ ਹੈਗਾ, दैट इज XL XC। ਅੱਛਾ ਇਹਦਾ R ਕਿਹੜਾ ਹੈ, ਸਿੰਪਲ ਆ, ਉਹੀ ਚੀਜ਼ ਮੈਂ ਇੱਥੇ ਲਿਖੀ। ਠੀਕ ਹੈ ਜੀ, ਤਾਂ ਦੁਬਾਰਾ ਲਿੰਕ ਭੇਜਦਾ, ਇਹ ਆਪਣਾ ਟੌਪਿਕ ਕੰਪਲੀਟ।